ਗੁਰਮੇਲ ਆਪਣੇ ਦਫ਼ਤਰ ਤੋਂ ਬੜੀ ਤੇਜ਼ੀ ਵਿੱਚ ਨਿਕਲਿਆ। ਉਸਨੂੰ ਘਰ ਤੋਂ ਫ਼ੋਨ ਆਇਆ ਸੀ ਕਿ ਉਸਦੀ ਪਤਨੀ ਜੀਤੋ ਦੀ ਤਬੀਅਤ ਖਰਾਬ ਹੋ ਗਈ ਹੈ ਅਤੇ ਉਹ ਹਸਪਤਾਲ ਵਿੱਚ ਹੈ। ਅਸਲ ਵਿੱਚ ਉਸਦੀ ਪਤਨੀ ਪ੍ਰੈਗਨੈਂਟ ਸੀ ਅਤੇ ਉਸਨੂੰ ਹਸਪਤਾਲ ਲੈ ਕੇ ਗਏ ਸੀ। ਉਹ ਵੀ ਦਫ਼ਤਰ ਤੋਂ ਸਿੱਧੇ ਹਸਪਤਾਲ ਜਾ ਰਿਹਾ ਸੀ। ਉਸਦੀ ਤਮੰਨਾ ਸੀ ਕਿ ਉਸਦੇ ਮੁੰਡਾ ਹੋਵੇ ਜੋ ਕਿ ਉਸਦਾ ਸਹਾਰਾ ਬਣ ਸਕੇ। ਉਹ ਸਾਰੇ ਰਸਤੇ ਜੀਤੋ ਦੀ ਸਿਹਤਯਾਬੀ ਅਤੇ ਮੁੰਡਾ ਹੋਣ ਦੀਆਂ ਅਰਦਾਸਾਂ ਕਰਦਾ ਜਾ ਰਿਹਾ ਸੀ। ਕੁਝ ਹੀ ਦੇਰ ਵਿੱਚ ਉਹ ਹਸਪਤਾਲ ਪਹੁੰਚ ਗਿਆ। ਉੱਥੇ ਜਾ ਕੇ ਉਸਨੂੰ ਪਤਾ ਲੱਗਿਆ ਕਿ ਉਸਦੀ ਪਤਨੀ ਨੂੰ ਆਪਰੇਸ਼ਨ ਥੀਏਟਰ ਵਿੱਚ ਲੈ ਗਏ ਹਨ। ਉਹ ਬੇਚੈਨੀ ਨਾਲ ਆਪਰੇਸ਼ਨ ਥੀਏਟਰ ਦੇ ਬਾਹਰ ਇੰਤਜ਼ਾਰ ਕਰਨ ਲੱਗਾ। ਅੱਧੇ ਘੰਟੇ ਬਾਅਦ ਡਾਕਟਰ ਸ਼ੀਲਾ ਨੇ ਉਸਨੂੰ ਬੁਲਾਇਆ ਅਤੇ ਉਹ ਬੋਲੀ, ਤੁਸੀਂ ਜੀਤੋ ਦੇ ਪਤੀ ਹੋ? ਹਾਂਜੀ ਡਾਕਟਰ ਸਾਹਿਬ, ਮੈਂ ਇਹਨਾਂ ਦਾ ਪਤੀ ਹਾਂ। ਦੇਖੋ ਗੁਰਮੇਲ, ਤੁਹਾਡੀ ਪਤਨੀ ਬਿਲਕੁਲ ਠੀਕ ਹੈ। ਬਸ ਤੁਹਾਨੂੰ ਇਹ ਦੱਸਣਾ ਹੈ ਕਿ ਤੁਹਾਡੀ ਪਤਨੀ ਨੇ ਜਿਸ ਬੱਚੇ ਨੂੰ ਜਨਮ ਦਿੱਤਾ ਹੈ ਉਹ ਕੁੜੀ ਹੈ ਅਤੇ ਨਾ ਹੀ ਮੁੰਡਾ। ਇਹ ਸੁਣ ਕੇ ਉਸਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਡਾਕਟਰ ਸਾਹਿਬ, ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਗੁਰਮੇਲ ਦੇ ਗਲੇ ਵਿੱਚੋਂ ਆਵਾਜ਼ ਨਹੀਂ ਨਿਕਲ ਰਹੀ ਸੀ। ਡਾਕਟਰ ਬੋਲੀ, ਸਾਫ਼-ਸਾਫ਼ ਸ਼ਬਦਾਂ ਵਿੱਚ ਮੈਂ ਇਹ ਕਹਿਣਾ ਚਾਹੁੰਦੀ ਹਾਂ, ਤੁਹਾਡੇ ਘਰ ਕਿੰਨਰ, ਜਿਸ ਨੂੰ ਆਮ ਤੌਰ 'ਤੇ ਹਿਜੜਾ ਵੀ ਕਿਹਾ ਜਾਂਦਾ ਹੈ, ਉਹ ਪੈਦਾ ਹੋਇਆ ਹੈ। ਦੇਖੋ, ਇਹ ਸਭ ਪਰਮਾਤਮਾ ਦੀ ਮਰਜ਼ੀ ਹੈ। ਤੁਸੀਂ ਹਿੰਮਤ ਨਾਲ ਕੰਮ ਲਵੋ। ਥੋੜ੍ਹੀ ਦੇਰ ਬਾਅਦ ਅਸੀਂ ਮਰੀਜ਼ ਨੂੰ ਵਾਰਡ ਵਿੱਚ ਸ਼ਿਫਟ ਕਰ ਦੇਵਾਂਗੇ। ਫਿਰ ਤੁਸੀਂ ਮਰੀਜ਼ ਨੂੰ ਮਿਲ ਸਕਦੇ ਹੋ। ਇਹ ਕਹਿ ਕੇ ਡਾਕਟਰ ਜਾ ਚੁੱਕੀ ਸੀ, ਜਦੋਂ ਕਿ ਗੁਰਮੇਲ ਆਪਣੇ ਆਪ ਵਿੱਚ ਗੁਆਚਾ ਖੜਾ ਹੀ ਰਹਿ ਗਿਆ। 3 ਦਿਨ ਬਾਅਦ ਜੀਤੋ ਹਸਪਤਾਲ ਤੋਂ ਘਰ ਆ ਚੁੱਕੀ ਸੀ। ਉਹਨਾਂ ਦੇ ਚਿਹਰੇ 'ਤੇ ਬਿਲਕੁਲ ਵੀ ਖੁਸ਼ੀ ਨਹੀਂ ਸੀ। ਉਹਨਾਂ ਨੂੰ ਤਾਂ ਇਹ ਫਿਕਰ ਖਾ ਰਹੀ ਸੀ ਕਿ ਰਿਸ਼ਤੇਦਾਰਾਂ ਅਤੇ ਮੁਹੱਲੇ ਵਾਲਿਆਂ ਦਾ ਸਾਹਮਣਾ ਕਿਵੇਂ ਕੀਤਾ ਜਾਵੇਗਾ। ਆਖਿਰ ਉਹ ਇਹ ਗੱਲ ਕਦੋਂ ਤੱਕ ਲੁਕੋਈ ਰੱਖਦੇ। ਇੱਕ ਦਿਨ ਤਾਂ ਸਭ ਨੂੰ ਪਤਾ ਲੱਗਣਾ ਹੀ ਸੀ। ਦੋਵੇਂ ਪਤੀ ਪਤਨੀ ਨੂੰ ਲੋਕਾਂ ਤੋਂ ਬਹੁਤ ਕੁਝ ਸੁਣਨ ਨੂੰ ਮਿਲਿਆ। ਕੋਈ ਕਹਿੰਦਾ ਇਸ ਨੂੰ ਇਸ ਦੀ ਜਾਤ ਬਿਰਾਦਰੀ ਵਾਲਿਆਂ ਕੋਲ ਛੱਡ ਆਓ, ਤਾਂ ਕੋਈ ਮਜ਼ਾਕ ਉਡਾ ਕੇ ਚਲਾ ਜਾਂਦਾ। ਇਹ ਸਭ ਸੁਣ ਕੇ ਉਹ ਸਿਰਫ ਸਬਰ ਦਾ ਘੁੱਟ ਪੀ ਕੇ ਹੀ ਰਹਿ ਜਾਂਦੇ। ਲੋਕ ਇਹ ਕਿਉਂ ਭੁੱਲ ਜਾਂਦੇ ਹਨ ਕਿ ਇਹ ਵੀ ਤਾਂ ਪਰਮਾਤਮਾ ਦੇ ਬੱਚੇ ਹਨ। ਉਸਦੀ ਕੁਦਰਤ ਦੀਆਂ ਨਿਸ਼ਾਨੀਆਂ ਵਿੱਚੋਂ ਇਹ ਵੀ ਇੱਕ ਨਿਸ਼ਾਨੀ ਹਨ। ਉਸਦਾ ਨਾਮ ਉਹਨਾਂ ਨੇ ਕਮਲ ਰੱਖਿਆ ਸੀ। ਕਮਲ ਅਜਿਹਾ ਨਾਮ ਜੋ ਮੁੰਡਿਆਂ ਦਾ ਵੀ ਰੱਖਿਆ ਜਾਂਦਾ ਹੈ ਅਤੇ ਕੁੜੀ ਦਾ ਵੀ। ਸਮਾਂ ਇਸੇ ਤਰ੍ਹਾਂ ਲੰਘਦਾ ਰਿਹਾ। 2 ਸਾਲ ਬਾਅਦ ਜੀਤੋ ਨੇ ਗੁਰਮੇਲ ਨੂੰ ਇੱਕ ਵਾਰ ਫੇਰ ਖੁਸ਼ਖਬਰੀ ਦਿੱਤੀ, ਪਰ ਇਸ ਵਾਰ ਗੁਰਮੇਲ ਨੂੰ ਇੰਨੀ ਖੁਸ਼ੀ ਨਾ ਹੋਈ ਜਿੰਨੀ ਪਹਿਲਾਂ ਹੋਈ ਸੀ। ਉਸਨੂੰ ਡਰ ਸੀ ਕਿ ਕਿਤੇ ਕਿਸਮਤ ਦੁਬਾਰਾ ਉਸ ਨਾਲ ਕੋਈ ਮਜ਼ਾਕ ਨਾ ਕਰ ਦੇਵੇ। ਉਸਨੇ ਰੱਬ ਨੂੰ ਬਹੁਤ ਅਰਦਾਸਾਂ ਕੀਤੀਆਂ। ਆਖਿਰ ਉਸਦੀਆਂ ਅਰਦਾਸਾਂ ਰੰਗ ਲਿਆਈਆਂ। ਉਸਦੇ ਘਰ ਇੱਕ ਮੁੰਡੇ ਨੇ ਜਨਮ ਲਿਆ। ਖੁਸ਼ੀ ਦੇ ਮਾਰੇ ਉਸਦੇ ਪੈਰ ਜ਼ਮੀਨ 'ਤੇ ਨਹੀਂ ਟਿਕ ਰਹੇ ਸਨ। ਉਸਨੇ ਖੂਬ ਲੱਡੂ ਵੰਡੇ। ਉਹਨਾਂ ਨੇ ਉਸ ਬੱਚੇ ਦਾ ਨਾਮ ਰਮਨਦੀਪ ਰੱਖਿਆ ਅਤੇ ਹੁਣ ਉਹਨਾਂ ਦਾ ਸਾਰਾ ਪਿਆਰ ਸਿਰਫ ਰਮਨਦੀਪ ਲਈ ਸੀ। ਕਮਲ ਦਾ ਵਜੂਦ ਹੁਣ ਉਹਨਾਂ ਲੋਕਾਂ ਲਈ ਕੁਝ ਨਹੀਂ ਰਿਹਾ। ਕਮਲ 16 ਸਾਲ ਦੀ ਹੋ ਗਈ ਸੀ। ਉਸਨੂੰ ਪੜ੍ਹਨ ਦਾ ਬਹੁਤ ਸ਼ੌਂਕ ਸੀ। ਉਹ ਰਮਨਦੀਪ ਨੂੰ ਸਕੂਲ ਜਾਂਦਾ ਦੇਖਦੀ ਤਾਂ ਉਸਦਾ ਵੀ ਦਿਲ ਕਰਦਾ ਕਿ ਉਹ ਵੀ ਸਕੂਲ ਜਾਵੇ, ਪਰ ਸਕੂਲ ਤਾਂ ਦੂਰ, ਉਸਨੂੰ ਘਰ ਤੋਂ ਬਾਹਰ ਜਾਣ ਦਾ ਵੀ ਹੁਕਮ ਨਹੀਂ ਸੀ, ਕਿਉਂਕਿ ਕਮਲ ਦੇ ਘਰ ਤੋਂ ਬਾਹਰ ਨਿਕਲਦੇ ਹੀ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਨ ਲੱਗਦੇ। ਇਸ ਲਈ ਉਸਦੇ ਮਾਂ-ਬਾਪ ਨੇ ਉਸਦਾ ਘਰ ਤੋਂ ਬਾਹਰ ਨਿਕਲਣਾ ਹੀ ਬੰਦ ਕਰ ਦਿੱਤਾ। ਉਹ ਘਰ ਵਿੱਚ ਕੈਦ ਹੋ ਕੇ ਰਹਿ ਗਈ। ਉਸਨੂੰ ਘਰ ਵਿੱਚ ਕੈਦ ਹੋਣਾ ਤਾਂ ਮਨਜ਼ੂਰ ਸੀ, ਪਰ ਹੁਣ ਘਰ ਵਿੱਚ ਹੀ ਉਸਨੂੰ ਹਰ ਵੇਲੇ ਫਿਟਕਾਰਿਆ ਜਾਂਦਾ ਸੀ। ਉਸਨੂੰ ਅਣਦੇਖਾ ਕੀਤਾ ਜਾਣ ਲੱਗਾ। ਬਾਪ ਤਾਂ ਬਾਪ, ਉਸਦੀ ਮਾਂ ਵੀ ਪਤਾ ਨਹੀਂ ਕਿਸ ਤਰ੍ਹਾਂ ਦੀ ਸੀ। ਉਹ ਵੀ ਉਸਨੂੰ ਨਜ਼ਰਅੰਦਾਜ਼ ਕਰਨ ਲੱਗੀ। ਗੁਰਮੇਲ ਅਕਸਰ ਆਪਣੀ ਘਰਵਾਲੀ ਨੂੰ ਕਹਿੰਦਾ ਸੀ ਕਿ ਮੈਂ ਹੁਣ ਲੋਕਾਂ ਦੀਆਂ ਗੱਲਾਂ ਬਰਦਾਸ਼ਤ ਨਹੀਂ ਕਰ ਸਕਦਾ। ਕਮਲ ਜਵਾਨ ਹੋ ਰਹੀ ਹੈ। ਹੁਣ ਇਸ ਨੂੰ ਇਸ ਦੀ ਬਰਾਦਰੀ ਦੇ ਲੋਕਾਂ ਕੋਲ ਛੱਡ ਆਉਣਾ ਚਾਹੀਦਾ ਹੈ। ਕਮਲ ਹੁਣ ਸਮਝਦਾਰ ਸੀ। ਜਦੋਂ ਉਹ ਇਹ ਗੱਲਾਂ ਸੁਣਦੀ ਤਾਂ ਉਸਦਾ ਮਨ ਬਹੁਤ ਦੁਖੀ ਹੁੰਦਾ ਸੀ। ਆਖਿਰ ਇੱਕ ਦਿਨ ਉਸਨੇ ਸਭ ਗੱਲਾਂ ਨੂੰ ਦੇਖਦੇ ਹੋਏ ਘਰ ਛੱਡਣ ਦਾ ਫੈਸਲਾ ਕੀਤਾ। ਇਹ ਇੱਕ ਬਹੁਤ ਮੁਸ਼ਕਿਲ ਫੈਸਲਾ ਸੀ। ਉਸਨੇ ਇਹ ਗੱਲ ਆਪਣੇ ਮਾਂ-ਬਾਪ ਨੂੰ ਦੱਸੀ ਤਾਂ ਉਹ ਸੋਚ ਰਹੀ ਸੀ ਕਿ ਸ਼ਾਇਦ ਉਸਨੂੰ ਰੋਕਿਆ ਜਾਵੇਗਾ, ਪਰ ਅਜਿਹਾ ਕੁਝ ਨਹੀਂ ਹੋਇਆ। ਬਾਪ ਦੇ ਕੌੜੇ ਬੋਲ ਉਸਦੇ ਕੰਨਾਂ ਵਿੱਚ ਇੱਕ ਬੰਬ ਦੀ ਤਰ੍ਹਾਂ ਫਟੇ। ਜਦੋਂ ਉਸਨੇ ਕਿਹਾ ਕਿ ਮੈਂ ਘਰ ਛੱਡ ਕੇ ਜਾਣਾ ਚਾਹੁੰਦੀ ਹਾਂ, ਤਾਂ ਗੁਰਮੇਲ ਬੋਲਿਆ, ਦਫ਼ਾ ਹੋ ਜਾ।
ਉਸਨੇ ਆਪਣੀ ਮਾਂ ਵੱਲ ਦੇਖਿਆ ਤਾਂ ਉਸਦੀ ਮਾਂ ਨੇ ਰੋਂਦੇ ਹੋਏ ਆਪਣਾ ਮੂੰਹ ਦੂਜੇ ਪਾਸੇ ਕਰ ਲਿਆ। ਉਸਨੂੰ ਆਪਣੀ ਮਾਂ ਤੋਂ ਇਹ ਉਮੀਦ ਨਹੀਂ ਸੀ। ਹੰਝੂ ਉਸਦੀਆਂ ਅੱਖਾਂ ਵਿੱਚੋਂ ਗਿਰ ਕੇ ਉਸਦੇ ਗੱਲ੍ਹਾਂ 'ਤੇ ਆ ਗਏ ਅਤੇ ਫਿਰ ਉਹ ਭਾਰੀ ਮਨ ਨਾਲ ਆਪਣੇ ਘਰ ਤੋਂ ਬਾਹਰ ਆ ਗਈ। ਹੁਣ ਉਸਦਾ ਘਰ ਜ਼ਮੀਨ ਅਤੇ ਛੱਤ ਆਕਾਸ਼ ਸੀ। ਉਹ ਬਸ ਤੁਰੀ ਜਾ ਰਹੀ ਸੀ। ਉਹ ਤੁਰਦੇ ਤੁਰਦੇ ਪਤਾ ਨਹੀਂ ਕਿੱਥੇ ਪਹੁੰਚ ਗਈ ਸੀ। ਰਾਤ ਹੋ ਚੁੱਕੀ ਸੀ। ਤੁਰ ਤੁਰ ਕੇ ਉਸਦੇ ਪੈਰ ਥੱਕ ਚੁੱਕੇ ਸਨ। ਉਸਦੇ ਹੰਝੂ ਸੁੱਕ ਚੁੱਕੇ ਸਨ। ਆਖਿਰ ਥੱਕ ਕੇ ਉਹ ਇੱਕ ਥਾਂ ਬੈਠ ਗਈ। ਕੁਝ ਦੇਰ ਤੱਕ ਉਹ ਐਵੇਂ ਹੀ ਚੰਦ ਨੂੰ ਦੇਖਦੀ ਰਹੀ, ਜਿਵੇਂ ਉਹ ਉਸਦੀ ਬੇਵਸੀ 'ਤੇ ਹੱਸ ਰਿਹਾ ਹੋਵੇ। ਉਸਨੇ ਆਪਣਾ ਸਿਰ ਆਪਣੇ ਗੋਡਿਆਂ ਵਿੱਚ ਰੱਖਿਆ ਅਤੇ ਅੱਖਾਂ ਬੰਦ ਕਰ ਲਈਆਂ। ਉਹ ਰਾਤ ਉਸਦੇ ਲਈ ਇੱਕ ਲੰਬੀ ਰਾਤ ਸੀ, ਸ਼ਾਇਦ ਕਦੇ ਨਾ ਖਤਮ ਹੋਣ ਵਾਲੀ ਰਾਤ। ਉਸਦੇ ਹੌਂਕਿਆਂ ਦੀਆਂ ਆਵਾਜ਼ਾਂ ਉਸ ਸੁੰਨੀ ਰਾਤ ਵਿੱਚ ਚੀਕ ਰਹੀਆਂ ਸਨ। ਇਹ ਬੇਆਵਾਜ਼ ਚੀਕਾਂ ਸਿਵਾਏ ਉਸਦੇ ਹੋਰ ਕੋਈ ਨਹੀਂ ਸੁਣ ਸਕਦਾ ਸੀ। ਫਿਰ ਉਸਨੂੰ ਪਤਾ ਨਹੀਂ ਕਦੋਂ ਨੀਂਦ ਆ ਗਈ। ਉਸਨੂੰ ਪਤਾ ਹੀ ਨਹੀਂ ਚੱਲਿਆ ਸਵੇਰੇ ਸੂਰਜ ਨਿਕਲ ਚੁੱਕਿਆ ਸੀ। ਅਚਾਨਕ ਰੇਲ ਗੱਡੀ ਦੀ ਆਵਾਜ਼ ਨਾਲ ਉਸਦੀ ਅੱਖ ਖੁੱਲ੍ਹੀ। ਨੇੜੇ ਹੀ ਰੇਲਵੇ ਸਟੇਸ਼ਨ ਸੀ। ਉਸਨੂੰ ਭੁੱਖ ਲੱਗ ਰਹੀ ਸੀ। ਉਸਨੇ ਆਪਣੀ ਜੇਬ ਵਿੱਚ ਹੱਥ ਪਾਇਆ ਤਾਂ ਉਸਦੀ ਜੇਬ ਵਿੱਚ ਕੁੱਲ 30 ਰੁਪਏ ਸਨ, ਜੋ ਪਤਾ ਨਹੀਂ ਕਦੋਂ ਦੇ ਉਸਦੀ ਜੇਬ ਵਿੱਚ ਹੀ ਪਏ ਸਨ। ਉਸਨੇ ਉਹਨਾਂ ਪੈਸਿਆਂ ਨਾਲ ਕੁਝ ਬਿਸਕੁਟ ਖਰੀਦੇ ਅਤੇ ਆਪਣਾ ਢਿੱਡ ਭਰ ਲਿਆ। ਹੁਣ ਉਸਦੀ ਜੇਬ ਖਾਲੀ ਹੋ ਚੁੱਕੀ ਸੀ। ਦੁਪਹਿਰ ਨੂੰ ਫਿਰ ਉਸਨੂੰ ਭੁੱਖ ਨੇ ਸਤਾਉਣਾ ਸ਼ੁਰੂ ਕਰ ਦਿੱਤਾ। ਭੁੱਖ ਤੋਂ ਮਜਬੂਰ ਹੋ ਕੇ ਉਸਨੇ ਇੱਕ ਫੈਸਲਾ ਕੀਤਾ ਅਤੇ ਉਸਨੇ ਚੱਲਣਾ ਸ਼ੁਰੂ ਕਰ ਦਿੱਤਾ। ਹੁਣ ਉਹ ਉਸ ਰੇਲ ਗੱਡੀ ਵੱਲ ਜਾ ਰਹੀ ਸੀ ਜੋ ਮੁਸਾਫਿਰਾਂ ਨੂੰ ਲੈ ਕੇ ਜਾਣ ਲਈ ਤਿਆਰ ਖੜੀ ਸੀ। ਲੋਕ ਉਸ ਵਿੱਚ ਬੈਠਣਾ ਸ਼ੁਰੂ ਹੋ ਗਏ ਸਨ। ਉਹ ਇੱਕ ਡੱਬੇ ਵਿੱਚ ਦਾਖਲ ਹੋਈ ਅਤੇ ਉਸਨੇ ਆਪਣੇ ਹੱਥ ਲੋਕਾਂ ਅੱਗੇ ਅੱਡ ਲਏ। ਉਸਨੇ ਭੀਖ ਮੰਗਣਾ ਸ਼ੁਰੂ ਕਰ ਦਿੱਤਾ। ਬਾਹਰ ਤੋਂ ਉਹ ਮਜ਼ਬੂਤ ਦਿਖ ਰਹੀ ਸੀ, ਪਰ ਅੰਦਰ ਤੋਂ ਉਸਦਾ ਵਜੂਦ ਕੰਬ ਰਿਹਾ ਸੀ। ਪਹਿਲੀ ਵਾਰ ਹੱਥ ਅੜਦੇ ਹੋਏ ਉਸਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਸਨ, ਪਰ ਅੱਖਾਂ ਬੰਦ ਕਰਨ ਨਾਲ ਮੁਸੀਬਤਾਂ ਟਲ ਤਾਂ ਨਹੀਂ ਜਾਂਦੀਆਂ। ਇਹ ਸੋਚ ਕੇ ਉਸਨੇ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਭੀਖ ਮੰਗਣੀ ਸ਼ੁਰੂ ਕਰ ਦਿੱਤੀ। ਪੂਰਾ ਦਿਨ ਭੀਖ ਮੰਗ ਕੇ ਇੰਨੇ ਪੈਸੇ ਜਮ੍ਹਾਂ ਹੋ ਗਏ ਸਨ ਕਿ ਉਹ 2 ਟਾਈਮ ਦੀ ਰੋਟੀ ਖਾ ਸਕੇ। ਰਾਤ ਹੋ ਚੁੱਕੀ ਸੀ। ਉਹ ਵਾਪਿਸ ਆਪਣੇ ਟਿਕਾਣੇ 'ਤੇ ਆ ਗਈ। ਹੁਣ ਫਿਰ ਰਾਤ ਦਾ ਸਨਾਟਾ ਸੀ ਅਤੇ ਉਸਦੇ ਬੇਆਵਾਜ਼ ਹੌਂਕੇ ਦਿਨ ਇਸੇ ਤਰ੍ਹਾਂ ਹੀ ਗੁਜ਼ਰਨ ਲੱਗੇ। ਇੱਕ ਦਿਨ ਉਹ ਭੀਖ ਮੰਗ ਰਹੀ ਸੀ ਕਿ ਅਚਾਨਕ ਕਿਸੇ ਨੇ ਉਸਦੇ ਮੋਢੇ 'ਤੇ ਹੱਥ ਰੱਖਿਆ। ਉਸਨੇ ਮੁੜ ਕੇ ਦੇਖਿਆ ਤਾਂ ਉਸਨੂੰ ਆਪਣੀ ਹੀ ਬਿਰਾਦਰੀ ਦਾ ਬੰਦਾ ਲੱਗਿਆ। ਉਹ ਵੀ ਇੱਕ ਕਿੰਨਰ ਸੀ। ਉਹ ਕਮਲ ਨੂੰ ਕਹਿਣ ਲੱਗਿਆ, ਲੱਗਦਾ ਹੈ ਘਰ ਤੋਂ ਤਾਜ਼ਾ ਦੁੱਧਕਾਰੀ ਗਈ ਹੈ। ਤੁਸੀਂ ਕੌਣ ਹੋ? ਉਸਨੇ ਡਰਦੇ ਡਰਦੇ ਪੁੱਛਿਆ। ਉਸਨੇ ਕਿਹਾ, ਮੈਨੂੰ ਮਾਲਤੀ ਕਹਿੰਦੇ ਹਨ। ਜੇਕਰ ਮਾਲਤੀ ਵਿੱਚੋਂ ਲਤੀ ਕੱਢ ਦਿੱਤਾ ਜਾਵੇ ਤਾਂ ਮਾਂ ਰਹਿ ਜਾਂਦਾ ਹੈ। ਤੂੰ ਮੈਨੂੰ ਮਾਂ ਸਮਝ ਸਕਦੀ ਹੈ। ਚੱਲ ਮੇਰੇ ਨਾਲ। ਇਹ ਦੁਨੀਆ ਸਾਡੇ ਲਈ ਨਹੀਂ ਹੈ। ਸਾਡੀ ਦੁਨੀਆ ਤਾਂ ਕੋਈ ਹੋਰ ਹੀ ਹੈ। ਇਹ ਕਹਿ ਕੇ ਉਸਨੇ ਕਮਲ ਦਾ ਹੱਥ ਫੜਿਆ ਅਤੇ ਤੁਰ ਪਈ। ਉਹ ਇੱਕ ਵੱਡਾ ਸਾਰਾ ਘਰ ਸੀ ਜਿੱਥੇ ਸਭ ਉਸ ਵਰਗੇ ਹੀ ਲੋਕ ਰਹਿੰਦੇ ਸੀ। ਉਸਦੇ ਘਰ ਵਿੱਚ ਦਾਖਲ ਹੁੰਦੇ ਹੀ ਸਭ ਦੇ ਚਿਹਰਿਆਂ 'ਤੇ ਖੁਸ਼ੀ ਆ ਗਈ। ਸਭ ਉਸਦੀਆਂ ਬਲਾਵਾਂ ਲੈ ਰਹੇ ਸਨ। ਸਭ ਉਸ ਤੋਂ ਪਿਆਰ ਲੁਟਾ ਰਹੇ ਸਨ, ਜਿਸ ਲਈ ਉਹ ਸਾਲਾਂ ਤੋਂ ਤਰਸ ਰਹੀ ਸੀ। ਉਹ ਸੋਚਣ ਲੱਗੀ, ਜੋ ਆਪਣੇ ਸਨ ਉਹ ਆਪਣੇ ਨਾ ਬਣ ਸਕੇ ਅਤੇ ਜੋ ਪਰਾਏ ਹਨ ਉਹ ਆਪਣਿਆਂ ਤੋਂ ਵੀ ਵੱਧ ਕੇ ਹਨ। ਉਸਨੂੰ ਸਾਰਿਆਂ ਨਾਲ ਮਿਲਵਾਇਆ ਗਿਆ। ਸਭ ਉਸਦੇ ਆਉਣ ਨਾਲ ਬਹੁਤ ਖੁਸ਼ ਸਨ। ਇੱਕ ਤਾਂ ਉਹ ਘੱਟ ਉਮਰ ਦੀ ਸੀ ਅਤੇ ਸੋਹਣੀ ਵੀ ਬਹੁਤ ਸੀ। ਅੱਜ ਉਸਨੇ ਰੱਜ ਕੇ ਰੋਟੀ ਖਾਧੀ ਅਤੇ ਰਾਤ ਨੂੰ ਉਹ ਬਹੁਤ ਆਰਾਮ ਨਾਲ ਅਤੇ ਬੇਫਿਕਰ ਹੋ ਕੇ ਸੋਈ। ਸਵੇਰ ਦਾ ਸੂਰਜ ਉਸ ਲਈ ਇੱਕ ਨਵਾਂ ਸੂਰਜ ਬਣ ਕੇ ਚੜ੍ਹਿਆ ਸੀ। ਹੁਣ ਉਸਨੂੰ ਉਸਦੀ ਕਲਾ ਵਿੱਚ ਮਹਾਰਤ ਦੇਣ ਲਈ ਟ੍ਰੇਨਿੰਗ ਦਿੱਤੀ ਜਾਣ ਲੱਗੀ। ਸਭ ਤੋਂ ਪਹਿਲਾਂ ਉਸਨੂੰ ਤਾੜੀ ਵਜਾਉਣਾ ਸਿਖਾਇਆ ਗਿਆ। ਇਹ ਤਾੜੀ ਉਹਨਾਂ ਦੀ ਪਹਿਚਾਣ ਸੀ। ਕੁਝ ਦਿਨਾਂ ਵਿੱਚ ਹੀ ਉਹ ਤਾੜੀ ਵਜਾਉਣਾ ਸਿੱਖ ਗਈ ਸੀ। ਉਸਨੇ ਨੱਚਣਾ ਵੀ ਸਿੱਖ ਲਿਆ ਸੀ। ਹੁਣ ਉਹ ਹਰ ਤਰੀਕੇ ਨਾਲ ਉਹਨਾਂ ਦੇ ਰੰਗ ਵਿੱਚ ਰੰਗ ਗਈ ਸੀ। ਉਸਨੇ ਮਾਲਤੀ ਨੂੰ ਕਿਹਾ ਕਿ ਉਹ ਪੜ੍ਹਨਾ ਚਾਹੁੰਦੀ ਹੈ। ਮਾਲਤੀ ਨੇ ਪਹਿਲਾਂ ਤਾਂ ਉਸਨੂੰ ਹੈਰਾਨੀ ਨਾਲ ਦੇਖਿਆ ਅਤੇ ਫਿਰ ਬੋਲੀ, ਤੂੰ ਪੜ੍ਹ ਲਿਖ ਕੇ ਕੀ ਕਰੇਂਗੀ? ਕੀ ਤੂੰ ਅਫਸਰ ਲੱਗਣਾ ਹੈ? ਕਮਲ ਬੋਲੀ, ਨਹੀਂ ਮਾਂ, ਬਸ ਪੜ੍ਹਾਈ ਮੇਰਾ ਸ਼ੌਂਕ ਹੈ ਅਤੇ ਮੈਂ ਆਪਣਾ ਸ਼ੌਂਕ ਪੂਰਾ ਕਰਨਾ ਚਾਹੁੰਦੀ ਹਾਂ। ਮਾਲਤੀ ਕੁਝ ਸੋਚਣ ਲੱਗੀ ਅਤੇ ਫਿਰ ਬੋਲੀ, ਠੀਕ ਹੈ, ਜਿਵੇਂ ਤੂੰ ਚਾਹੇਂ। ਇਹ ਸੁਣ ਕੇ ਉਹ ਖੁਸ਼ੀ ਵਿੱਚ ਨੱਚਣ ਲੱਗੀ। ਹੁਣ ਦਿਨ ਵਿੱਚ ਆਪਣੇ ਕੰਮ 'ਤੇ ਜਾਂਦੀ ਅਤੇ ਸ਼ਾਮ ਨੂੰ ਪੜ੍ਹਾਈ ਕਰਦੀ। ਸਮਾਂ ਗੁਜ਼ਰਦਾ ਰਿਹਾ। ਉਸਨੇ ਆਪਣੇ ਕੰਮ ਦੇ ਨਾਲ ਨਾਲ ਆਪਣੀ ਪੜ੍ਹਾਈ ਵੀ ਪੂਰੀ ਕਰ ਲਈ। ਉਸਨੇ BA ਕਰ ਲਈ ਸੀ।
ਪਹਿਲੀ ਵਾਰ ਉਸਦੀ ਬਿਰਾਦਰੀ ਵਿੱਚ ਕਿਸੇ ਨੇ ਪੜ੍ਹਾਈ ਪੂਰੀ ਕੀਤੀ ਸੀ। ਮਾਲਤੀ ਨੇ ਉਸਦੀ ਕਾਬਲੀਅਤ ਨੂੰ ਦੇਖਦੇ ਹੋਏ ਕਿਸੇ ਨੂੰ ਉਸਦੀ ਸਰਕਾਰੀ ਨੌਕਰੀ ਲਈ ਕਿਹਾ। ਉਸਨੂੰ ਭਰੋਸਾ ਤਾਂ ਨਹੀਂ ਸੀ ਕਿ ਉਸਨੂੰ ਨੌਕਰੀ ਮਿਲ ਜਾਵੇਗੀ, ਪਰ ਖੁਸ਼ਕਿਸਮਤੀ ਨਾਲ ਉਸਨੂੰ ਨੌਕਰੀ ਮਿਲ ਗਈ। ਉਹ ਪੂਰੇ ਮਨ ਨਾਲ ਆਪਣੇ ਕੰਮ ਵਿੱਚ ਜੁਟ ਗਈ। ਬਹੁਤ ਜਲਦੀ ਉਸਨੂੰ ਤਰੱਕੀ ਮਿਲ ਗਈ। ਉਸਨੂੰ ਵੱਡੇ ਅਫਸਰਾਂ ਦਾ ਅਹੁਦਾ ਮਿਲ ਗਿਆ। ਹੁਣ ਉਹ ਆਪਣੇ ਮਾਂ-ਬਾਪ ਨੂੰ ਯਾਦ ਕਰਕੇ ਬਹੁਤ ਰੋਂਦੀ ਸੀ ਕਿ ਕਾਸ਼ ਉਹ ਉਸਦੇ ਨਾਲ ਹੁੰਦੇ ਅਤੇ ਉਸਦੀ ਕਾਮਯਾਬੀ 'ਤੇ ਬਹੁਤ ਖੁਸ਼ ਹੁੰਦੇ। ਉਸਨੂੰ ਅਫਸਰ ਬਣੇ 4 ਸਾਲ ਹੋ ਚੁੱਕੇ ਸਨ। ਇੱਕ ਵਾਰ ਉਹ ਸਰਕਾਰੀ ਟੀਮ ਨਾਲ ਇੱਕ ਪੁਰਾਣੇ ਘਰ ਦਾ ਨਿਰੀਖਣ ਕਰਨ ਲਈ ਗਈ। ਉਸ ਘਰ ਵਿੱਚ ਉਹ ਬੁੱਢੇ ਮਾਂ-ਬਾਪ ਰਹਿੰਦੇ ਸਨ, ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਪਾਲ-ਪੋਸ ਕੇ ਵੱਡਾ ਕੀਤਾ ਅਤੇ ਕਾਬਿਲ ਬਣਾਇਆ ਸੀ। ਉਹੀ ਇਹਨਾਂ ਨੂੰ ਬੁਢਾਪੇ ਵਿੱਚ ਇੱਥੇ ਛੱਡ ਗਏ ਸਨ। ਅਚਾਨਕ ਉਸਦੀ ਨਜ਼ਰ ਇੱਕ ਬੁੱਢੇ ਆਦਮੀ 'ਤੇ ਗਈ, ਜੋ ਵੀਲ ਚੇਅਰ 'ਤੇ ਸਿਰ ਝੁਕਾ ਕੇ ਬੈਠਾ ਸੀ। ਕਮਲ ਉਸਦੇ ਨੇੜੇ ਗਈ ਅਤੇ ਉਸਨੂੰ ਨਮਸਤੇ ਬੁਲਾਈ। ਉਸ ਬੁੱਢੇ ਆਦਮੀ ਨੇ ਜਿਵੇਂ ਹੀ ਗਰਦਨ ਉੱਪਰ ਚੁੱਕੀ ਤਾਂ ਉਸਨੂੰ ਦੇਖ ਕੇ ਕਮਲ ਹੈਰਾਨ ਹੋ ਗਈ। ਉਸਨੂੰ ਫਟੀਆਂ-ਫਟੀਆਂ ਅੱਖਾਂ ਨਾਲ ਦੇਖਣ ਲੱਗੀ, ਕਿਉਂਕਿ ਉਹ ਕੋਈ ਹੋਰ ਨਹੀਂ ਬਲਕਿ ਉਸਦਾ ਆਪਣਾ ਬਾਪ ਗੁਰਮੇਲ ਸੀ। ਉਸਦੀ ਤਬੀਅਤ ਕੁਝ ਖਰਾਬ ਲੱਗ ਰਹੀ ਸੀ। ਕਮਲ ਨੇ ਉਸਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਉਸਦੀ ਦੇਖ-ਰੇਖ ਲਈ ਇੱਕ ਨਰਸ ਵੀ ਰਖਵਾ ਦਿੱਤੀ। ਉਹ ਸਵੇਰੇ ਸ਼ਾਮ ਉਸਨੂੰ ਦੇਖਣ ਜਾਂਦੀ। ਜਦੋਂ ਉਹ ਸੋ ਰਹੇ ਹੁੰਦੇ ਤਾਂ ਉਹ ਬੈੱਡ 'ਤੇ ਹੀ ਉਹਨਾਂ ਕੋਲ ਬੈਠ ਜਾਂਦੀ ਅਤੇ ਉਹਨਾਂ ਦਾ ਹੱਥ ਚੁੰਮਦੀ। ਇੱਕ ਵਾਰ ਉਹ ਇਸੇ ਤਰ੍ਹਾਂ ਉਹਨਾਂ ਕੋਲ ਬੈਠੀ ਸੀ ਕਿ ਅਚਾਨਕ ਗੁਰਮੇਲ ਦੀ ਅੱਖ ਖੁੱਲ੍ਹ ਗਈ। ਉਹਨਾਂ ਨੂੰ ਜਾਗਦਾ ਦੇਖ ਕੇ ਉਹ ਘਬਰਾ ਗਈ। ਗੁਰਮੇਲ ਬੋਲਿਆ, "ਤੁਸੀਂ ਕੌਣ ਹੋ? ਤੇਰੇ ਵਿੱਚ ਮੈਂ ਪਿਆਰ ਦੀ ਅਲੱਗ ਹੀ ਚਾਹ ਦੇਖੀ ਹੈ। ਦੱਸ ਤੂੰ ਕੌਣ ਹੈ?" ਕਮਲ ਬੋਲੀ ਕਿ ਤੁਸੀਂ ਸੁਣ ਸਕੋਗੇ ਮੈਂ ਕੌਣ ਹਾਂ। ਗੁਰਮੇਲ ਬੋਲਿਆ, "ਹਾਂ, ਮੈਂ ਸੁਣ ਸਕਦਾ ਹਾਂ। ਮੈਂ ਤੁਹਾਡੀ ਉਹੀ ਦੁਤਕਾਰੀ ਹੋਈ ਔਲਾਦ ਹਾਂ, ਤੁਹਾਡੀ ਕਿੰਨਰ ਔਲਾਦ।" ਇਹ ਸੁਣ ਕੇ ਗੁਰਮੇਲ ਹੱਕਾ-ਬੱਕਾ ਰਹਿ ਗਿਆ। ਉਹ ਬਿਲਕੁਲ ਗੁੰਮਸੁੰਮ ਰਹਿ ਗਿਆ। ਉਸਦੀਆਂ ਅੱਖਾਂ ਵਿੱਚੋਂ ਹੰਝੂ ਗਿਰਨ ਲੱਗੇ। ਉਹ ਬੋਲਿਆ, "ਤੇਰੀ ਮਾਂ ਦੇ ਮਰਨ ਤੋਂ ਬਾਅਦ ਰਮਨਦੀਪ ਨੇ ਆਪਣੀ ਮਰਜ਼ੀ ਨਾਲ ਵਿਆਹ ਕਰ ਲਿਆ ਅਤੇ ਮੈਨੂੰ ਇੱਥੇ ਛੱਡ ਕੇ ਚਲਾ ਗਿਆ ਅਤੇ ਫਿਰ ਕਦੇ ਨਹੀਂ ਆਇਆ। ਮੈਨੂੰ ਮਾਫ਼ ਕਰ ਦੇ, ਅਸੀਂ ਤੇਰੇ ਨਾਲ ਚੰਗਾ ਨਹੀਂ ਕੀਤਾ। ਸ਼ਾਇਦ ਇਸੇ ਕਰਕੇ ਰੱਬ ਨੇ ਸਾਨੂੰ ਇਹ ਸਜ਼ਾ ਦਿੱਤੀ ਹੈ। ਹਿਜੜਾ ਤੁਸੀਂ ਨਹੀਂ ਬਲਕਿ ਉਹ ਲੋਕ ਹੁੰਦੇ ਹਨ ਜੋ ਆਪਣੇ ਬੁੱਢੇ ਮਾਂ-ਬਾਪ ਨੂੰ ਬੋਝ ਸਮਝ ਕੇ ਇਸੇ ਤਰ੍ਹਾਂ ਸੁੱਟ ਦਿੰਦੇ ਹਨ।" ਇਹ ਕਹਿ ਕੇ ਗੁਰਮੇਲ ਨੇ ਉਸਨੂੰ ਗਲ ਨਾਲ ਲਾ ਲਿਆ ਅਤੇ ਫੁੱਟ-ਫੁੱਟ ਕੇ ਰੋਣ ਲੱਗਿਆ। ਉਹ ਉਸ ਤੋਂ ਬਾਰ-ਬਾਰ ਮਾਫ਼ੀ ਮੰਗ ਰਿਹਾ ਸੀ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਬਾਰੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਨਾਲ ਹੀ ਘੰਟੀ ਨੂੰ ਦਬਾ ਕੇ ਆਲ 'ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਨੂੰ ਤੁਰੰਤ ਮਿਲ ਜਾਵੇ। ਮੈਨੂੰ ਦਿਓ ਅਗਲੀ ਵੀਡੀਓ ਤੱਕ ਇਜਾਜ਼ਤ। ਤਦ ਤੱਕ ਲਈ ਧੰਨਵਾਦ।